ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਾਉਂਟੇ ਦਾ ਕਿਲ੍ਹਾ ਤਿਆਰ ਹੋਣਾ। ਐਤਕਾਂ ਵਿਸਾਖੀ ਸੰਮਤ 1742 ਅਨੰਦਪੁਰ ਵਿੱਚ ਹੀ ਮਨਾਈ ਗਈ, ਪਰ ਇਸ ਦੇ ਝੱਟ ਹੀ ਪਿੱਛੋਂ ਤੁਰ ਪਏ ਸਭ ਥਾਈਂ ਸੰਗਤਾਂ ਨੂੰ ਖਬਰ ਦੇ ਦਿੱਤੀ ਗਈ ਕਿ ਗੁਰੂ ਜੀ ਨਾਹਣ ਜਾ ਰਹੇ ਹਨ। ਸੋ ਗੁਰੂ ਜੀ ਵਿਸਾਖ ਦੇ ਮਹੀਨੇ ਪਰਿਵਾਰ ਤੇ 500 ਸਿੱਖ ਸੂਰਮਿਆਂ ਸਮੇਤ ਕੀਰਤਪੁਰ ਰੋਪੜ ਤੋਂ ਹੁੰਦੇ ਹੋਏ ਨਾਹਣ ਜਾ ਪੁੱਜੇ। ਰਾਜਾ ਮੇਦਨੀ ਪ੍ਰਕਾਸ਼ ਨੇ ਗੁਰੂ ਜੀ ਦਾ ਸਵਾਗਤ ਕੀਤਾ ਅਤੇ ਆਪਣੇ ਮਹੱਲਾਂ ਵਿੱਚ ਗੁਰੂ ਜੀ ਨੂੰ ਉਤਾਰਾ ਦਿੱਤਾ। 10-15 ਦਿਨ ਗੁਰੂ ਜੀ ਰਾਜੇ ਦੇ ਪ੍ਰਾਹੁਣੇ ਰਹੇ, ਪਰ ਗੁਰੂ ਜੀ ਨੇ ਕਿਹਾ, ਅਸੀਂ ਤਾਂ ਆਪਣੇ ਹੀ ਕਿਸੇ ਟਿਕਾਣੇ 'ਤੇ ਰਹਾਂਗੇ, ਜਿੱਥੇ ਚਾਹੋ ਟਿਕੋ, ਮੈਨੂੰ ਜਿਵੇਂ ਹੁਕਮ ਕਰੋ, ਮੈਂ ਤਿਆਰ ਹਾਂ। ਰਾਜੇ ਨੇ ਕਿਹਾ। ਮੇਦਨੀ ਪ੍ਰਕਾਸ਼ ਨੇ ਕਈ ਥਾਂ ਵਿਖਾਏ ਅਤੇ ਫਿਰ ਜਮਨਾ ਦੇ ਕਿਨਾਰੇ ਲੈ ਗਿਆ। ਗੁਰੂ ਜੀ ਨੂੰ ਦਰਿਆ ਦੇ ਕਿਨਾਰੇ ਦਾ ਇਲਾਕਾ ਪਸੰਦ ਆਇਆ। ਸਿੱਖਾਂ ਤੇ ਰਾਜੇ ਦੀ ਫੌਜ ਨੇ ਮਿਲ ਕੇ ਰਾਤ ਦਿਨ ਲਗਾ ਕੇ ਕੁਝ ਦਿਨਾਂ ਵਿੱਚ ਹੀ ਪਾਉਂਟੇ ਦਾ ਕਿਲ੍ਹਾ ਤਿਆਰ ਕਰ ਦਿੱਤਾ। ਗੁਰੂ ਜੀ ਨੇ ਇੱਥੇ ਬੜੇ ਪ੍ਰਸੰਨ ਚਿੱਤ ਹੋ ਕੇ ਵਿਸਰਾਮ ਕੀਤਾ। ਥਾਂ ਦੀ ਇਕਾਂਤ ਤੇ ਫਿਰ ਦਰਿਆ ਦਾ ਕਿਨਾਰਾ, ਸੱਚਮੁੱਚ ਹੀ ਗੁਰੂ ਜੀ ਨੇ ਬੜੀ ਸੁੰਦਰ ਜਗ੍ਹਾ ਪਸੰਦ ਕੀਤੀ। ਕੁਝ ਦਿਨਾਂ ਵਿੱਚ ਹੀ ਜਿੱਥੇ ਜਾਏ ਬਹੇ ਮੇਰਾ ਸਤਿਗੁਰ, ਸੋ ਥਾਨ ਸੁਹਾਵਾ ਵਾਲੀ ਗੱਲ ਹੋ ਗਈ। ਝੱਟ ਹੀ ਅਨੰਦਪੁਰ ਵਰਗੀਆਂ ਪਾਉਂਟੇ ਵਿੱਚ ਰੌਣਕਾਂ ਹੋ ਗਈਆਂ ਅਤੇ ਗੁਰੂ ਜੀ ਦਾ ਜਸ ਸਭ ਪਾਸੇ ਫੈਲਣ ਲੱਗਾ। ਗੁਰੂ ਜੀ ਸ਼ਿਕਾਰ ਖੇਡਣ ਲਈ ਜਾਂਦੇ ਤਾਂ ਲੋਕ ਜਿਹੜੀ ਥਾਂ 'ਤੇ ਕਿਸੇ ਜੰਗਲੀ ਜਾਨਵਰ, ਸ਼ੇਰ, ਚੀਤੇ ਅਤੇ ਬਘਿਆੜ ਜਾਂ ਕਿਸੇ ਜਾਨਵਰ ਨੇ ਰਸਤਾ ਰੋਕਿਆ ਹੁੰਦਾ ਅਤੇ ਰਾਹੀ ਮਾਰੇ ਹੁੰਦੇ, ਗੁਰੂ ਜੀ ਉਸੇ ਪਾਸੇ 'ਤੇ ਘਣੇ ਜੰਗਲ ਵਿੱਚ ਜਾ ਕੇ ਹੱਥੀਂ ਸ਼ਿਕਾਰ ਖੇਡਦੇ ਅਤੇ ਜਿਸ ਪਾਸੇ ਕੋਈ ਮੂੰਹ ਨਾ ਕਰਦਾ ਉਸੇ ਪਾਸੇ ਹੀ ਜਾਂਦੇ ਅਤੇ ਸ਼ੇਰਾਂ, ਬਘਿਆੜਾਂ ਅਤੇ ਚੀਤਿਆਂ ਦੇ ਸ਼ਿਕਾਰ ਹੱਥੀਂ ਕਰਦੇ। ਇਉਂ ਸੱਚ ਅਤੇ ਬਹਾਦਰੀ ਦੇ ਸੂਰਜ ਦਾ ਪਹਾੜਾਂ ਵਿੱਚ ਪ੍ਰਕਾਸ਼ ਹੋ ਗਿਆ। ਨਾਹਣ ਦੇ ਰਾਜੇ ਜਿਸ ਮਤਲਬ ਲਈ ਗੁਰੂ ਜੀ ਨੂੰ ਸੱਦਿਆ ਸੀ, ਉਹ ਪੂਰਾ ਹੋਣ ਲੱਗਾ। ਮੇਦਨੀ ਪ੍ਰਕਾਸ਼ ਦਾ ਦੇਹਰਾਦੂਨ ਦੇ ਰਾਜੇ ਫਤਿਹ ਸ਼ਾਹ ਨਾਲ ਝਗੜਾ ਸੀ। ਫਤਿਹ ਸ਼ਾਹ ਨੇ ਨਾਹਣ ਦੇ ਇੱਕ ਸਰਹੱਦੀ ਪਿੰਡ ਉੱਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ ਅਤੇ ਉਸ ਦਾ ਹੌਸਲਾ ਵਧਿਆ ਹੋਇਆ ਸੀ। ਹੌਸਲਾ ਵਧਣ ਦਾ ਕਾਰਨ ਦੇਹਰਾਦੂਨ ਵਿੱਚ ਰਾਮ ਰਾਏ ਦੀ ਮੌਜੂਦਗੀ ਸੀ। ਫਤਿਹ ਸ਼ਾਹ ਉਸ ਦਾ ਸੇਵਕ ਸੀ ਅਤੇ ਰਾਮ ਰਾਏ ਦੀ ਬਾਦਸ਼ਾਹ ਤੱਕ ਪਹੁੰਚ ਸੀ। ਮੇਦਨੀ ਪ੍ਰਕਾਸ਼ ਨੇ ਇਸ ਖਤਰੇ ਤੋਂ ਬਚਣ ਲਈ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਾਹਣ ਬੁਲਾਇਆ ਸੀ। ਫਤਿਹ ਸ਼ਾਹ ਨੂੰ ਖਬਰਾਂ ਮਿਲੀਆਂ ਤਾਂ ਉਸ ਨੇ ਰਾਮ ਰਾਏ ਨਾਲ ਮੁਲਾਕਾਤ ਕੀਤੀ ਅਤੇ ਸਲਾਹ ਪੁੱਛੀ ਕਿ ਹੁਣ ਕੀ ਕਰੇ। ਰਾਮ ਰਾਏ ਵੀ ਆਪਣੇ ਆਪ ਨੂੰ ਭਾਵੇਂ ਸ਼ਕਤੀਆਂ ਵਾਲਾ ਅਤੇ ਗੁਰੂ ਸਦਵਾਉਂਦਾ ਸੀ, ਪਰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਕਿ ਸਭ ਸ਼ਕਤੀਆਂ ਦਾ ਸੋਮਾ ਗੁਰੂ ਨਾਨਕ ਦੀ ਗੱਦੀ ਹੈ ਅਤੇ ਜੋ ਵੀ ਇਸ ਗੱਦੀ 'ਤੇ ਹੋਵੇ ਉਹੀ ਉਹਨਾਂ ਸਭ ਸ਼ਕਤੀਆਂ ਦਾ ਮਾਲਕ ਬਣ ਜਾਂਦਾ ਹੈ। ਇਹ ਗੱਲ ਉਸ ਨੇ ਆਪਣੇ ਛੋਟੇ ਭਰਾ ਗੁਰੂ ਹਰਕ੍ਰਿਸ਼ਨ ਸਾਹਿਬ ਸਮੇਂ ਹੀ ਵੇਖ ਕੇ ਅਜਮਾ ਲਈ ਸੀ। ਉਸ ਤੋਂ ਮਗਰੋਂ ਵੀ ਭਾਵੇਂ ਉਹ ਗੁਰੂ ਘਰ ਦੇ ਵਿਰੋਧ ਜ਼ੋਰ ਲਾਉਂਦਾ ਰਿਹਾ ਅਤੇ ਗੁਰੂ ਘਰ ਦੇ ਵਿਰੋਧੀਆਂ ਦਾ ਸਾਥ ਦੇ ਕੇ ਸਭ ਕੁਝ ਵੇਖ ਚੁੱਕਾ ਸੀ ਕਿ ਉਸ ਦੀ ਬਰਾਬਰੀ ਗੁਰੂ ਗੱਦੀ ਨਾਲ ਨਹੀਂ ਹੋ ਸਕਦੀ। ਔਰੰਗਜ਼ੇਬ ਨੇ ਉਸ ਨੂੰ ਇੱਕ ਤਗੜੀ ਜਾਗੀਰ ਦੇ ਕੇ ਦੇਹਰਾਦੂਨ ਪਹਾੜ ਵਿੱਚ ਭੇਜ ਦਿੱਤਾ ਸੀ। ਸੋ ਇਹ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪਹਿਲਾਂ ਦਾ ਇੱਥੇ ਆ ਕੇ ਬਸ ਇੱਥੇ ਜੋਗਾ ਹੀ ਹੋ ਚੁੱਕਾ ਸੀ। ਪਰ ਹੁਣ ਮੇਦਨੀ ਪ੍ਰਕਾਸ਼ ਨੇ ਜਦ ਇੱਥੇ ਵੀ ਪਹਾੜਾਂ ਵਿੱਚ ਸੱਚ ਦੇ ਸੂਰਜ ਨੂੰ ਲਿਆ ਚੜ੍ਹਾਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਤਿੱਖੇ ਅਤੇ ਮਾਰ ਖੁਰੇ ਸੁਭਾਅ ਤੋਂ ਖੌਫ ਖਾ ਗਿਆ। ਹੁਣ ਵੀ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਗੁਰੂ ਘਰ ਨਾਲ ਮੇਲ ਹੋ ਜਾਵੇ ਤਾਂ ਠੀਕ ਹੈ। ਉਸ ਨੇ ਫਤਿਹ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਮੇਲ ਮਿਲਾਪ ਕਰਨ ਦੀ ਗੱਲ ਕਹੀ। ਫਤਿਹ ਸ਼ਾਹ ਨੂੰ ਵੀ ਭਾਵੇਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਸਭ ਪਤਾ ਲੱਗ ਚੁੱਕਾ ਸੀ, ਪਰ ਉਹ ਰਾਮ ਰਾਏ ਨੂੰ ਮੰਨਦਾ ਸੀ ਅਤੇ ਰਾਮ ਰਾਏ ਦੀ ਮਦਦ ਨਾਲ ਉਸ ਕਈ ਕੰਮ ਕਰਵਾਏ ਸਨ। ਸੋ ਉਸ ਦੀ ਆਗਿਆ ਬਿਨਾਂ ਉਹ ਗੁਰੂ ਜੀ ਨਾਲ ਮੇਲ ਮਿਲਾਪ ਨਹੀਂ ਸੀ ਚਾਹੁੰਦਾ। ਪਰ ਹੁਣ ਰਾਮ ਰਾਏ ਨੇ ਕਹਿ ਦਿੱਤਾ ਤਾਂ ਕੁਝ ਦਿਨਾਂ ਵਿੱਚ ਹੀ ਫਤਿਹ ਸ਼ਾਹ, ਜਿਸ ਦੀ ਰਿਆਸਤ ਦਾ ਨਾਂ ਸ਼੍ਰੀਨਗਰ ਗੜਵਾਲ ਸੀ, ਗੁਰੂ ਜੀ ਦੇ ਦਰਸ਼ਨ ਕਰਨ ਲਈ ਪੁੱਜਾ। ਗੁਰੂ ਜੀ ਨੇ ਆਪਣੇ ਅਸਰ ਰਸੂਖ ਨਾਲ ਪ੍ਰੇਮ ਪਿਆਰ ਦੀ ਗੱਲ ਚਲਾ ਕੇ ਦੋਹਾਂ ਰਾਜਿਆਂ ਦੀ ਸੁਲਾਹ ਕਰਾ ਦਿੱਤੀ।
ਆਪੋ ਵਿਚਲਾ ਵੈਰ ਵਿਰੋਧ ਮਿਟਵਾ ਦਿੱਤਾ। ਫਤਿਹ ਸ਼ਾਹ ਨੇ ਜਿਸ ਪਿੰਡ 'ਤੇ ਕਬਜ਼ਾ ਕੀਤਾ ਹੋਇਆ ਸੀ ਉਹ ਮੇਦਨੀ ਪ੍ਰਕਾਸ਼ ਨੂੰ ਵਾਪਸ ਦੇ ਦਿੱਤਾ। ਇਉਂ ਕਰਕੇ ਗੁਰੂ ਜੀ ਨੇ ਦੋਹਾਂ ਰਾਜਿਆਂ ਨੂੰ ਆਪਣੇ ਸ਼ਰਧਾਲੂ ਬਣਾ ਲਿੱਤਾ। ਰਾਮ ਰਾਏ ਦਾ ਗੁਰੂ ਜੀ ਨੂੰ ਮਿਲਣਾ। ਰਾਮ ਰਾਏ ਗੁਰੂ ਹਰ ਰਾਏ ਸਾਹਿਬ ਜੀ ਦਾ ਵੱਡਾ ਲੜਕਾ ਸੀ। ਔਰੰਗਜ਼ੇਬ ਦੇ ਗੁਰੂ ਜੀ ਨੂੰ ਦਿੱਲੀ ਬੁਲਾਉਣ 'ਤੇ ਗੁਰੂ ਜੀ ਆਪ ਤਾਂ ਨਾ ਗਏ ਪਰ ਆਪਣੇ ਸਾਹਿਬਜ਼ਾਦੇ ਨੂੰ ਬਰਕਤਾਂ ਦੇ ਕੇ ਭੇਜ ਦਿੱਤਾ। ਰਾਮ ਰਾਏ ਨੇ ਔਰੰਗਜ਼ੇਬ ਦੀ ਨਿਸ਼ਾ ਕਰ ਦਿੱਤੀ। ਜਿਵੇਂ ਉਸਨੇ ਉਸ ਰੂਪ ਵਿੱਚ ਸਭ ਕੁਝ ਵਿਖਾ ਕੇ ਉਸ ਨੂੰ ਅਜਿਹਾ ਅਸਰ ਪਾਇਆ ਕਿ ਉਹ ਵਿੱਚੋਂ ਵਿੱਚ ਖੌਫ ਖਾਂਦਾ ਸੀ ਕਿ ਜਾਣੀਏ ਕਿ ਇਹ ਗੁਰੂ ਪੁੱਤਰ ਸੱਪ ਦੀ ਨਿਆਈ ਡੰਗ ਮਾਰ ਦੇਵੇ। ਉਸ ਨੇ ਰਾਮ ਰਾਏ ਦੀ ਸੇਵਾ ਕੀਤੀ ਅਤੇ ਧਨ ਪਦਾਰਥਾਂ ਨਾਲ ਮਾਲਾ ਮਾਲ ਕਰਕੇ ਉਸ ਦੀ ਮੱਤ ਨੂੰ ਪੁਚਲਾ ਦਿੱਤਾ ਅਤੇ ਉਸ ਕੋਲੋਂ ਐਸੀ ਗਲਤੀ ਕਰਾ ਦਿੱਤੀ ਕਿ ਉਹ ਗੁਰੂ ਘਰ ਵੱਲੋਂ ਛੇਕਿਆ ਹੀ ਗਿਆ। ਗੁਰੂ ਨਾਨਕ ਦੀ ਰੱਬੀ ਬਾਣੀ ਅਤੇ ਧੁਰੋਂ ਆਈ ਬਾਣੀ ਗੁਰੂ ਦੇ ਪ੍ਰਚਾਰ ਦਾ ਮੁੱਖ ਧੁਰਾ ਸੀ। ਜਿਸ ਵਿੱਚ ਸੱਚ ਸੀ ਉਹ ਸੱਚ ਨੂੰ ਰਾਮ ਰਾਏ ਨੇ ਬਦਲਿਆ ਸੀ ਕੇਵਲ ਇਸ ਗੱਲ ਕਰਕੇ ਕਿ ਹਿੰਦੁਸਤਾਨ ਦਾ ਆਲਮਗੀਰ ਬਾਦਸ਼ਾਹ ਉਸ ਦਾ ਸੇਵਕ ਹੈ ਅਤੇ ਉਸ ਦੇ ਦਿੱਤੇ ਧਨ ਨਾਲ ਮਾਲਾ ਮਾਲ ਹੋ ਰਿਹਾ ਹੈ। ਜੇ ਮੈਂ ਉਸ ਦੇ ਮਨ ਦੀ ਗੱਲ ਨਾ ਕਹੀ ਤਾਂ ਉਹ ਮੇਰੇ ਨਾਲ ਗੁੱਸੇ ਹੋ ਜਾਵੇਗਾ। ਪਰ ਉਸ ਗੁਰੂ ਨਾਨਕ ਦੇ ਬਾਦਸ਼ਾਹਾਂ ਅਤੇ ਦੁਨਿਆਵੀ ਸ਼ਹਿਨਸ਼ਾਹਾਂ ਦੇ ਕਰਤੇ ਇੱਕ ਪ੍ਰਭੂ ਦਾ ਹੀ ਤਾਣ ਸੀ, ਸੋ ਸਦਾ ਹੀ ਵੀ ਨਿਹਚਲ ਅਤੇ ਸਥਿਰ ਵਾਲਾ ਸੀ। ਗੁਰੂ ਨਾਨਕ ਦੇਵ ਜੀ ਦਾ ਉਸ ਦੀ ਟੇਕ 'ਤੇ ਉਚਾਰਿਆ ਸਭ ਕੁਝ ਨਿਰੋਲ ਸੱਚ ਹੀ ਸੀ। ਸੋ ਇਸ ਨੂੰ ਉਲਟਾ ਦੇਣ ਵਾਲੇ ਦਾ ਲਿਹਾਜ਼ ਕਿਵੇਂ ਹੋ ਸਕਦਾ ਸੀ, ਭਾਵੇਂ ਉਹ ਪੁੱਤਰ ਸੀ ਅਤੇ ਕਿੰਨੇ ਹੀ ਪਿਆਰਾ ਅਤੇ ਲਾਇਕ ਪੁੱਤਰ ਸੀ। ਸੋ ਉਹ ਗੁਰੂ ਜੀ ਵੱਲੋਂ ਐਲਾਨਿਆ, ਛੇਕਿਆ ਅਤੇ ਧਿਰਕਾਰਿਆ ਗਿਆ। ਉਹਨਾਂ ਆਪਣੇ ਛੋਟੇ ਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰਤਾ ਦਾ ਕੰਮ ਸੌਂਪ ਕੇ ਵਿਖਾ ਦਿੱਤਾ ਕਿ ਗੁਰਤਾ ਤਾਂ ਗੁਰੂ ਨਾਨਕ ਜੀ ਜੋਤ ਨੇ ਕਰਨੀ ਹੈ। ਉਹ ਜੋਤ ਭਾਵੇਂ ਵੱਡੇ ਸਰੀਰ ਵਿੱਚ ਹੋਵੇ ਅਤੇ ਭਾਵੇਂ ਛੋਟੇ ਵਿੱਚ, ਉਸਦੇ ਤੇਜ ਪ੍ਰਤਾਪ ਵਿੱਚ ਕੋਈ ਫਰਕ ਨਹੀਂ ਪੈਂਦਾ। ਰਾਮ ਰਾਏ ਨੂੰ ਇਸ ਮਗਰੋਂ ਸਾਰਾ ਜ਼ੋਰ ਲਾਉਣ 'ਤੇ ਗੁਰੂ ਪਦਵੀ ਦਾ ਨਾਂ ਮਿਲੀ। ਭਾਵੇਂ ਉਹ ਗੁਰੂ ਪੁੱਤਰ ਹੋਣ ਦੇ ਨਾਂ 'ਤੇ ਕੁਝ ਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਕਾਰਨ ਆਪਣੇ ਦਾਇਰੇ ਵਿੱਚ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੀ ਰਿਹਾ। ਗੁਰੂ ਤੇਗ ਬਹਾਦਰ ਜੀ ਦੇ ਗੁਰਤਾ ਸੰਭਾਲਣ ਸਮੇਂ ਤੋਂ ਇਹ ਦੇਹਰਾਦੂਨ ਪਹਾੜਾਂ 'ਤੇ ਆ ਰਿਹਾ ਸੀ ਅਤੇ ਹੁਣ ਤੱਕ ਉਸ ਦੀ ਉਮਰ ਵੱਡੀ ਹੋ ਚੁੱਕੀ ਸੀ। ਗੁਰੂ ਤੇਗ ਬਹਾਦਰ ਇਸ ਦੇ ਦਾਦਾ ਸਨ। ਇਸ ਦੇ ਪਿਤਾ ਬਾਬਾ ਗੁਰਦਿੱਤਾ ਜੀ ਦੇ ਛੋਟੇ ਭਾਈ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਭਾਵੇਂ ਛੋਟੀ ਉਮਰ ਦੇ ਸਨ ਪਰ ਸਾਕੋਂ ਇਸ ਦੇ ਚਾਚਾ ਲੱਗਦੇ ਸਨ। ਪਹਾੜੀ ਇਲਾਕੇ ਵਿੱਚ ਇਸ ਦੀ ਮਾਨਤਾ ਸੀ, ਇਸ ਲਈ ਉਹ ਗੁਰੂ ਜੀ ਨੂੰ ਜੇ ਸੱਦਾ ਦੇ ਕੇ ਆਪਣੇ ਪਾਸ ਬੁਲਾਉਂਦਾ ਸੀ ਤਾਂ ਇਸ ਵਿੱਚ ਵੀ ਉਹ ਛੁਟਿਆਈ ਸਮਝਦਾ ਸੀ, ਪਰ ਮਿਲਣਾ ਅਤੇ ਸਲਾਹ ਕਰਨੀ ਵੀ ਜ਼ਰੂਰੀ ਸਮਝਦਾ ਸੀ ਕਿਉਂਕਿ ਉਹ ਇਹਨਾਂ ਨੂੰ ਪੜਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਵਾਂਗ ਯੋਧੇ ਅਤੇ ਬਹਾਦਰ ਸਮਝਦਾ ਸੀ ਅਤੇ ਉਸ ਦੀਆਂ ਕਰਨੀਆਂ ਹੀ ਉਸ ਨੂੰ ਕੰਬਾ ਰਹੀਆਂ ਸਨ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਮੇਰੇ ਉੱਤੇ ਚੜ੍ਹਾਈ ਕਰ ਦਿੱਤੀ ਤਾਂ ਮੇਰੇ ਤਾਂ ਮਸੰਦ ਵੀ ਮੇਰੇ ਆਖੇ ਵਿੱਚ ਨਹੀਂ, ਮੈਂ ਕੀ ਕਰਾਂਗਾ। ਇਸੇ ਖਿਆਲ ਨਾਲ ਹੀ ਉਸ ਨੇ ਫਤਿਹ ਸ਼ਾਹ ਨੂੰ ਗੁਰੂ ਜੀ ਨਾਲ ਮੁਲਾਕਾਤ ਕਰਨ ਲਈ ਕਹਿ ਦਿੱਤਾ ਸੀ। ਉਸ ਨੇ ਵੀ ਜਦ ਵਾਪਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਕੀਤੀ ਤਾਂ ਹੁਣ ਉਹ ਤਰਲੋ ਮੱਛੀ ਹੋ ਰਿਹਾ ਸੀ ਕਿ ਕਿਵੇਂ ਨਾ ਕਿਵੇਂ ਆਪ ਗੁਰੂ ਜੀ ਨੂੰ ਮਿਲੇ। ਸੋਚ ਸੋਚ ਕੇ ਉਸ ਨੇ ਨਿਮਰਤਾ ਧਾਰਨ ਕਰਨੀ ਠੀਕ ਸਮਝੀ ਅਤੇ ਆਪਣੇ ਖਾਸ ਆਦਮੀ ਦੇ ਹੱਥ ਗੁਰੂ ਜੀ ਨੂੰ ਸੁਨੇਹਾ ਭਿਜਵਾਇਆ ਕਿ ਮੈਂ ਰਾਮ ਰਾਏ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਵੀ ਹੋ ਅਤੇ ਫਿਰ ਮੇਰੇ ਚਾਚਾ ਜੀ ਵੀ ਹੋ, ਇਸ ਲਈ ਮੈਂ ਖਿਆਲ ਕਰਦਾ ਹਾਂ ਕਿ ਤੁਸੀਂ ਮੇਰੀਆਂ ਪਿਛਲੀਆਂ ਭੁੱਲਾਂ ਨੂੰ ਨਾ ਚਿਤਾਰਦਿਆਂ ਮੈਨੂੰ ਦਰਸ਼ਨ ਕਰਨ ਦਾ ਮੌਕਾ ਬਖਸ਼ੋ। ਮੈਂ ਹੁਣ ਤੁਹਾਡੀ ਚਰਨ ਸ਼ਰਨ ਵਿੱਚ ਰਹਿਣਾ ਚਾਹੁੰਦਾ ਹਾਂ। ਪਰ ਨਿਰਵੈਰ ਗੁਰੂ ਜੀ ਨੂੰ ਉਸ ਨਾਲ ਕੋਈ ਵੈਰ ਨਹੀਂ ਸੀ।
ਇਸ ਨਿਰਵੈਰਤਾ ਦੀ ਮਿਸਾਲ ਪਹਿਲੇ ਗੁਰੂ ਅਰਜਨ ਦੇਵ ਜੀ ਨੇ ਦਿੱਤੀ, ਜਿਨ੍ਹਾਂ ਨੇ ਵੈਰ ਦੀ ਅੱਤ ਕਰ ਦੇਣ ਵਾਲੇ ਵੱਡੇ ਭਰਾ ਪ੍ਰਿਥੀ ਚੰਦ ਵਿਰੁੱਧ ਕੁਝ ਨਾ ਕੀਤਾ। ਫਿਰ ਗੁਰੂ ਹਰਗੋਬਿੰਦ ਸਾਹਿਬ ਵਿਰੁੱਧ ਉਸ ਦਾ ਪੁੱਤਰ ਮਿਹਰਬਾਨ ਵੀ ਪਿਓ ਵਾਂਗ ਹੀ ਵੈਰ ਭਾਵਨਾ ਨਾਲ ਵਰਤਿਆ। ਪਰ ਵੀਰ ਬਹਾਦਰ ਤੇ ਸ਼ਾਹੀ ਫੌਜਾਂ ਨੂੰ ਦਲਮਲ ਦੇਣ ਵਾਲੇ ਯੋਧੇ ਗੁਰੂ ਨੇ ਉਸ ਵਿਰੁੱਧ ਕੁਝ ਨਾ ਕੀਤਾ। ਧੀਰਮਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੋਤਰਾ ਸੀ। ਉਸ ਨੇ ਕਰਤਾਰਪੁਰ ਦੀ ਜੰਗ ਵਿੱਚ ਸਾਥ ਨਾ ਦਿੱਤਾ ਤੇ ਜਾਂਦੇ ਸਮੇਂ ਆਦਿ ਬੀੜ ਲੁਕਾ ਲਈ ਤਾਂ ਉਸ ਵਿਰੁੱਧ ਕੁਝ ਨਾ ਕੀਤਾ। ਸਿੱਖਾਂ ਨੇ ਜੇ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਉਹ ਬੀੜ ਉਸ ਕੋਲੋਂ ਖੋਹ ਲਿਆਂਦੀ ਤਾਂ ਉਹਨਾਂ ਨੇ ਕਿਹਾ, ਜੇ ਪਿਤਾ ਜੀ ਨੇ ਇਹ ਬੀੜ ਇਸ ਕੋਲ ਰਹਿਣ ਦਿੱਤੀ ਹੈ ਤਾਂ ਅਸੀਂ ਵੀ ਨਹੀਂ ਖੋਹਾਂਗੇ, ਤੇ ਉਹ ਬੀੜ ਧੀਰਮਲ ਨੂੰ ਵਾਪਸ ਕਰ ਦਿੱਤੀ। ਇਸ ਤਰ੍ਹਾਂ ਹੀ ਰਾਮ ਰਾਏ ਨੇ ਵੀ ਵਿਰੋਧਤਾ ਦੀ ਅੱਤ ਕਰ ਛੱਡੀ ਸੀ। ਪਰ ਸ਼ਾਂਤ ਰਹਿਣ ਵਾਲੇ ਗੁਰੂਆਂ ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਕੀ ਆਖਣਾ ਸੀ। ਪਰ ਹੁਣ ਇਸ ਜੰਗੀ ਯੋਧੇ ਗੁਰੂ ਤੋਂ ਉਸ ਨੂੰ ਆਪਣੇ ਆਪ ਹੀ ਭੈ ਲੱਗ ਰਿਹਾ ਸੀ ਕਿ ਉਸ ਦੇ ਸੁਨੇਹੇ ਦੇ ਜਵਾਬ ਵਿੱਚ ਗੁਰੂ ਜੀ ਨੇ ਉੱਤਰ ਦਿੱਤਾ, ਸਾਨੂੰ ਤੁਹਾਡੇ ਨਾਲ ਕੋਈ ਵੈਰ ਨਹੀਂ, ਨਾ ਸਾਨੂੰ ਤੁਹਾਨੂੰ ਮਿਲਣ 'ਤੇ ਹੀ ਕੋਈ ਇਤਰਾਜ਼ ਹੈ। ਇਸ ਲਈ ਜਦੋਂ ਤੁਹਾਡਾ ਦਿਲ ਚਾਹੇ ਆ ਮਿਲੋ। ਰਾਮ ਰਾਏ ਨੂੰ ਸੁਨੇਹਾ ਮਿਲਿਆ ਤਾਂ ਉਹ ਪ੍ਰਸੰਨ ਹੋ ਗਿਆ, ਪਰ ਉਹ ਪਾਉਂਟਾ ਜਾ ਕੇ ਗੁਰੂ ਜੀ ਨੂੰ ਮਿਲਣ ਵਿੱਚ ਕੁਝ ਡਰ ਤੇ ਕੁਝ ਆਪਣੇ ਸੇਵਕਾਂ ਵਿੱਚ ਉਸ ਦੀ ਕਮਜ਼ੋਰੀ ਦੇ ਅਹਿਸਾਸ ਹੋਣ ਦਾ ਖਤਰਾ ਸਮਝਦਾ ਸੀ। ਸੋ ਉਸ ਨੇ ਗੁਰੂ ਜੀ ਨੂੰ ਸੁਨੇਹਾ ਭੇਜਿਆ ਕਿ ਤੁਸੀਂ ਪਾਉਂਟੇ ਤੋਂ ਦਰਿਆ ਜਮਨਾ ਦੇ ਕਿਨਾਰੇ ਸ਼ਿਕਾਰ ਖੇਡਦੇ ਦੇਹਰਾਦੂਨ ਦੀ ਹੱਦ ਵਿੱਚ ਆ ਜਾਓ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ। ਉੱਥੇ ਬੇੜੀ ਵਿੱਚ ਨਾਲੇ ਸੈਰ ਕਰਾਂਗੇ, ਨਾਲੇ ਤੁਹਾਡੇ ਦਰਸ਼ਨ ਹੋ ਜਾਣਗੇ। ਸੋ ਗੁਰੂ ਜੀ ਨੇ ਐਂ ਕਰਨਾ ਮੰਨ ਲਿਆ ਤੇ ਬੇੜੀ ਵਿੱਚ ਹੀ ਗੁਰੂ ਜੀ ਤੇ ਰਾਮ ਰਾਏ ਦੀ ਮੁਲਾਕਾਤ ਹੋਈ। ਰਾਮ ਰਾਏ ਤੇ ਗੁਰੂ ਜੀ ਦਾ ਐਸਾ ਪ੍ਰਭਾਵ ਪਿਆ ਕਿ ਉਹ ਗੁਰੂ ਜੀ ਨੂੰ ਮਿਲਦੇ ਹੀ ਉਹਨਾਂ ਦੇ ਚਰਨਾਂ 'ਤੇ ਸਿਰ ਝੁਕਾਇਆ। ਪਰ ਸਾਥੀ ਆਕੜਖੋਰਾਂ ਨੇ ਰਾਮ ਰਾਏ ਦੇ ਕਹਿਣ 'ਤੇ ਵੀ ਸਿਰ ਨਾ ਨਿਵਾਏ, ਸਗੋਂ ਗੁਰੂ ਜੀ ਵੱਲੋਂ ਮੂੰਹ ਫੇਰ ਕੇ ਪਰੇ ਹੋ ਖਲੋਤੇ। ਇਹ ਵੇਖ ਰਾਮ ਰਾਏ ਨੇ ਕਿਹਾ, ਮੇਰੇ ਮਸੰਦ ਬਹੁਤੇ ਪੂਤਰੇ ਹੋਏ ਹਨ, ਪਤਾ ਨਹੀਂ ਮੇਰੇ ਮਗਰੋਂ ਇਹ ਤੁਹਾਡੀ ਨੂੰਹ ਪੰਜਾਬ ਕੌਰ ਦਾ ਕੀ ਹਾਲ ਕਰਨ। ਰਾਮ ਰਾਏ ਨੇ 4 ਵਿਆਹ ਕਰਾਏ ਸਨ, ਪਰ ਇਸ ਦੇ ਘਰ ਨਾ ਕੋਈ ਪੁੱਤਰ ਤੇ ਨਾ ਧੀ, ਕੁਝ ਵੀ ਨਹੀਂ ਸੀ ਹੋਇਆ। ਦੂਜਿਆਂ ਦੀਆਂ ਗੁਰੂ ਘਰ ਵੱਲੋਂ ਮਿਲੀਆਂ ਬਖਸ਼ਿਸ਼ਾਂ ਦੇ ਸਹਾਰੇ ਆਸਾਂ ਪੂਰਨ ਕਰਦਾ ਸੀ, ਪਰ ਆਪ ਇਸ ਗੱਲ 'ਤੇ ਭਾਰੀ ਖਾਸ਼ਮੰਦ ਹੋਣ ਦੇ ਬਾਵਜੂਦ ਬੇਆਸ ਹੀ ਰਿਹਾ ਸੀ। ਇਸ ਨੇ ਗੁਰੂ ਹਰਕ੍ਰਿਸ਼ਨ ਜੀ ਛੋਟੇ ਭਰਾ ਨਾਲ ਵੱਧ ਤੋਂ ਵੱਧ ਵੈਰ ਕੀਤਾ ਤੇ ਕਹਿੰਦੇ ਸਨ ਕਿ ਉਹਨਾਂ ਨੂੰ ਮਾਤਾ ਨਿਕਲਣ ਦਾ ਸਰਾਪ ਇਸੇ ਨੇ ਹੀ ਦਿੱਤਾ ਸੀ, ਜਿਸ ਨੂੰ ਗੁਰੂ ਹਰਕ੍ਰਿਸ਼ਨ ਜੀ ਨੇ ਆਪਣਾ ਅੰਤ ਸਮਾਂ ਜਾਣ ਕੇ ਹੱਸ ਕੇ ਕਬੂਲਿਆ ਸੀ। ਪਰ ਉਹਨਾਂ ਦਾ ਇੱਕ ਬਚਨ ਸੀ ਕਿ ਰਾਮ ਰਾਏ ਨੇ ਬੇਔਲਾਦ ਹੀ ਮਰਨਾ ਹੈ ਤੇ ਅਖੀਰ ਇਸ ਨੇ ਜਿਉਂਦੇ ਹੀ ਸਾੜੇ ਜਾਣਾ ਹੈ। ਇਹ ਗੱਲ ਉਸ ਦੇ ਕੰਨਾਂ ਤੇ ਹਿਰਦੇ ਵਿੱਚ ਹਰ ਵੇਲੇ ਹੀ ਗੂੰਜਦੀ ਰਹਿੰਦੀ ਸੀ। ਹੁਣ ਉਸ ਦੀ ਉਮਰ ਵਡੇਰੀ ਹੋ ਚੁੱਕੀ ਸੀ ਤੇ 4 ਵਿਆਹ ਕਰਾਉਣ 'ਤੇ ਵੀ ਔਲਾਦ ਨਹੀਂ ਸੀ ਹੋਈ, ਤਾਂ ਉਹ ਦਿਲੋਂ ਗੁਰੂ ਘਰ ਦਾ ਤਾਂ ਕਾਇਲ ਹੋ ਚੁੱਕਾ ਸੀ। ਪਰ ਹੁਣ ਉਸ ਨੂੰ ਆਪਣੇ ਪ੍ਰਪੰਚ ਤੋਂ ਖਹਿੜਾ ਛੁਡਾਉਣਾ ਔਖਾ ਸੀ। ਉਹ ਮਸੰਦਾਂ ਦੀਆਂ ਮਨਮਾਨੀਆਂ ਤੋਂ ਡਾਢਾ ਤੰਗ ਸੀ, ਪਰ ਉਹਨਾਂ ਵਿਰੁੱਧ ਐਕਸ਼ਨ ਵੀ ਨਹੀਂ ਸੀ ਲੈਂਦਾ ਕਿ ਇਹ ਮੇਰੇ ਵਿਰੁੱਧ ਹੋ ਕੇ ਮੇਰੀ ਸਿੱਖੀ ਸੇਵਕੀ ਨੂੰ ਵਿਗਾੜ ਦੇਣਗੇ। ਪਰ ਹੁਣ ਗੁਰੂ ਜੀ ਦੇ ਸਾਹਮਣੇ ਵੀ ਜਦ ਮਸੰਦਾਂ ਨੇ ਉਹੀ ਕਹੁੰਡਾ ਵਾਲਾ ਵਤੀਰਾ ਵਰਤਿਆ ਤਾਂ ਰਾਮ ਰਾਏ ਨੂੰ ਗੁਰੂ ਜੀ ਕੋਲ ਮਸੰਦਾਂ ਵਿਰੁੱਧ ਬੋਲਣਾ ਹੀ ਪਿਆ। ਜਿੰਨਾ ਚਿਰ ਉਹ ਗੁਰੂ ਜੀ ਦੇ ਨਾਲ ਬੇੜੀ ਵਿੱਚ ਰਿਹਾ, ਉਹ ਇਹੋ ਹੀ ਗੁਰੂ ਜੀ ਨੂੰ ਕਹਿੰਦਾ ਰਿਹਾ, ਤੁਸੀਂ ਮੇਰੇ ਵੱਡੇ ਹੋ, ਮੈਨੂੰ ਤੁਹਾਡਾ ਹੀ ਹੁਣ ਆਸਰਾ ਹੈ। ਮੇਰੀ ਪਤਨੀ ਪੰਜਾਬ ਕੌਰ ਦਾ ਖਿਆਲ ਰੱਖਣਾ, ਉਸ ਨੂੰ ਇਹ ਮਸੰਦ ਤੰਗ ਕਰਨਗੇ, ਇਹਨਾਂ ਕੋਲੋਂ ਉਸ ਦੀ ਰਾਖੀ ਤੁਸਾਂ ਹੀ ਕਰਨੀ ਹੈ।